बैक टू माई क्लास। जिद्दां कि अपनी पहली क्लास साडी कल दी जो सीगी वो टास्क 1 ते सी, जनरल दे टास्क 1 ते, बट वो हाफ क्लास सीगी। जिद्दां मैं तुहानूं दस्सिया सीगा कि इहदी फर्दर जो एक्सप्लेनेशन है मैं अपनी अगली क्लास दे विच करूंगी कि लाइक इंट्रोडक्टरी लाइन्स एंड क्लोजिंग लाइन। एक बारी ना एक लुक ले लैंदे अपनी पिछली क्लास के उपर, जिथे कि मैं तुहानूं कल दस्सिया सीगा सारिਆਂ ਨੂੰ कि जीटी दे विच टास्क 1 एक लैटर हुंदी है ते वो किन्ने तरह दी लैटर हुंदी है, फॉर्मल, सैमी फॉर्मल ते इनफॉर्मल। ते इहदा दा स्ट्रक्चर की हुंदा है, ग्रीटिंग लाइन, दैन इंट्रोडक्टरी पैराग्राफ, बॉडी पैराग्राफ 1 इंक्लूडिंग बुलेट पॉइंट 1, body paragraph 2 including bullet point 2, body paragraph 3 including bullet point 3, closing line I must say, and sign off, then your full name। ਇਹ ਸੀਗਾ ਆਪਣੇ ਲੈਟਰ ਦਾ ਸਟਰਕਚਰ ਜਿਹੜਾ ਕਿ ਤਿੰਨੋਂ ਲੈਟਰਸ ਵਾਸਤੇ ਐਪਲੀਕੇਬਲ ਹੈ, ਫਾਰਮਲ ਵਾਸਤੇ ਵੀ, ਸੈਮੀ ਫਾਰਮਲ ਲਈ ਵੀ ਤੇ ਇਨਫਾਰਮਲ ਲਈ ਵੀ। ਠੀਕ ਹੈ ਜੀ। ਤੇ ਹੁਣ ਜਿੱਦਾਂ ਕਿ ਕੱਲ ਮੈਂ ਤੁਹਾਨੂੰ ਇੱਕ ਵਾਰ ਛੋਟਾ ਜਿਹਾ ਇੱਕ ਟੌਪਿਕ ਤੇ ਐਕਸਪਲੇਨੇਸ਼ਨ ਦਿੱਤੀ ਸੀਗੀ ਕਿ ਜੋ ਇੰਟਰੋਡਕਟਰੀ ਲਾਈਨਸ ਤੇ ਕਲੋਜ਼ਿੰਗ ਲਾਈਨਸ ਹੈ ਉਹ ਐਕਚੁਅਲੀ ਕੀ ਹੁੰਦਾ ਕਿ ਉਹਦਾ ਕੁਝ ਮੈਂ ਤੁਹਾਨੂੰ ਸੈਂਪਲ ਪ੍ਰੋਵਾਈਡ ਕਰ ਸਕਦੀ ਹਾਂ ਉਹਦਾ, ਜਾਂ ਕੋਈ ਵੀ ਟ੍ਰੇਨਰ ਪ੍ਰੋਵਾਈਡ ਕਰ ਸਕਦਾ ਵੈਰੀ ਈਜ਼ੀਲੀ। ਤੇ ਤੁਸੀਂ ਬਸ ਵਰਕ ਕਰਨਾ ਹੁੰਦਾ ਮੇਨਲੀ ਬੁਲੇਟ ਪੁਆਇੰਟ 1 2 ਤੇ 3 ਦੇ ਉੱਪਰ, ਕਿਉਂਕਿ ਸਾਈਨ ਆਫ ਵੀ ਆਬਵੀਅਸ ਹੈ, ਉਹ ਯੋਰਸ ਫੇਥਫੁਲੀ ਯੋਰਸ ਸਿੰਸੀਅਰਲੀ ਫਿਕਸਡ ਹੀ ਹੈ ਕਿ ਆਣਾ ਹੈ ਫਾਰਮਲ ਸੈਮੀ ਫਾਰਮਲ ਦੇ ਕੇਸ ਦੇ ਵਿੱਚ ਤੇ ਵਿਦ ਰਿਗਾਰਡਸ ਆਣਾ ਆਪਣੇ, ਜਾਂ ਫਿਰ ਬੈਸਟ ਵਿਸ਼ੇਸ ਆਣਾ ਆਪਣੇ ਇਨਫਾਰਮਲ ਲੈਟਰ ਦੇ ਵਿੱਚ। ठीक है। सो रेस्ट वर्क सिर्फ अपना बॉडी पैराग्राफ 1 2 ਤੇ 3 ਤੇ ਹੀ ਹੁੰਦਾ ਹੈ ਮੇਨ। ਠੀਕ ਹੈ। ਤਾਂ ਅੱਜ ਆਪਾਂ ਇਦਾਂ ਕਰਦੇ ਹਾਂ ਕਿ ਮੈਂ ਪਹਿਲਾਂ ਸਟਾਰਟ ਕਰਦੀ ਹਾਂ ਤੁਹਾਨੂੰ ਇੰਟਰੋਡਕਟਰੀ ਲਾਈਨਸ ਦੇ ਉੱਪਰ ਕਿ ਫਾਰਮਲ ਤੇ ਸੈਮੀ ਫਾਰਮਲ ਦੇ ਵਿੱਚ ਕੁਝ ਖਾਸ ਫਰਕ ਨਹੀਂ ਹੁੰਦਾ। ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਆਪਣੀ ਕਲਾਸ ਵਿੱਚ। ਤਾਂ ਇਦਾਂ ਕਰਦੀ ਹਾਂ, ਮੈਂ ਤੁਹਾਨੂੰ ਇੰਟਰੋਡਕਟਰੀ ਲਾਈਨਸ ਹੀ ਦੱਸਦੀ ਹਾਂ ਦੋਨਾਂ ਦੀਆਂ। ਠੀਕ ਹੈ ਜੀ। ਜਿੱਦਾਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਆ, ਇਹ ਵੈਸੇ ਜੋ ਇੰਟਰੋਡਕਟਰੀ ਲਾਈਨਸ ਨੇ ਆਪਣੀ ਲੈਟਰ ਟੂ ਲੈਟਰ ਡਿਫਰ ਕਰਦੀਆਂ ਨੇ, ਤੇ ਇਹ ਹੁਣ ਮੈਂ ਕੁਝ ਸੈਂਪਲਸ ਪ੍ਰੋਵਾਈਡ ਕਰ ਰਹੀ ਹਾਂ ਕਿ ਤੁਸੀਂ ਇਹਨਾਂ ਚੋਂ ਕੋਈ ਵੀ ਪਿਕ ਕਰਕੇ ਆਪਣੀ ਲੈਟਰ ਦੇ ਵਿੱਚ ਬੜੀ ਈਜ਼ੀਲੀ ਲਿਖ ਸਕਦੇ ਹੋ। ਜਿੱਦਾਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਇੱਕ ਲਿਸਟ ਹੈ ਬਣੀ ਹੋਈ ਇੰਟਰੋਡਕਟਰੀ ਪੈਰਾਗ੍ਰਾਫ ਨੂੰ ਸਟਾਰਟ ਕਰਨ ਵਾਸਤੇ ਉਹਦੀਆਂ ਲਾਈਨਸ, ਇੰਟਰੋਡਕਟਰੀ ਲਾਈਨਸ ਆਈ ਕੈਨ ਸੇ ਹੇਅਰ। I am writing this letter with regards to, I am writing to express my frustration, discontentment, disappointment, displeasure or interest, whatever like it is on, with or at, ਇਹ depend ਕਰਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਅੱਗੇ ਤੁਹਾਡਾ ਇਸ਼ੂ ਹੈ ਜਿਹਦੇ ਤੇ ਤੁਸੀਂ ਗੱਲ ਕਰਨ ਜਾ ਰਹੇ ਹੋ। I am writing this letter to draw your immediate attention, कुछ emergency case ਆ ਜਾਂ ਫਿਰ ਕੁਝ ਥੋੜੇ ਟਾਈਮ ਪੀਰੀਅਡ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਰਿਜ਼ੋਲਵ ਕਰਨਾ ਚਾਹੁੰਦੇ ਆ, ਜਿਹਨੂੰ ਤੁਸੀਂ ਇਹ ਲੈਟਰ ਲਿਖ ਰਹੇ ਹੋ ਪਰਸਨ ਰਿਜ਼ੋਲਵ ਕਰੇ ਸ਼ਾਰਟ ਟਾਈਮਿੰਗਸ ਦੇ ਵਿੱਚ ਤਾਂ immediate attention ਹੋ ਜਾਏਗੀ। ਠੀਕ ਹੈ। I am writing to express grave situation, grave ਮਾਲੀ ਹਾਲਤ ਨੂੰ ਜਿਹਨੂੰ ਆਪਾਂ ਕਹਿੰਦੇ ਆ। ਠੀਕ ਹੈ। I am writing this letter in response to, in response to ਆਪਾਂ ਉਦੋਂ ਯੂਜ਼ ਕਰ ਸਕਦੇ ਆ ਕਿ ਜਦੋਂ ਸਾਨੂੰ ਕਿਸੇ ਕੋਲੋਂ ਕੋਈ ਲੈਟਰ ਮਿਲਿਆ ਹੋਵੇ, ਆਪਾਂ ਉਹਦਾ ਰਿਸਪੌਂਸ ਕਰਨਾ ਹੋਵੇ, ਜਾਂ ਫਿਰ ਕੋਈ ਆਪਾਂ ਐਡਵਰਟਾਈਜ਼ਮੈਂਟ ਦੇਖੀ ਹੈ ਨਿਊਜ਼ਪੇਪਰ ਟੀਵੀ ਦੇ ਵਿੱਚ ਜਾਂ ਇੰਟਰਨੈਟ ਦੇ ਉੱਪਰ, ਤਾਂ ਉਹਦਾ ਰਿਸਪੌਂਸ ਆਪਾਂ ਕਰ ਰਹੇ ਹਾਂ। ਠੀਕ ਹੈ। ਉਸ ਸਿਚੁਏਸ਼ਨ 'ਚ ਆਪਾਂ ਇਹ ਲੈਟਰ ਲਿਖ ਰਹੇ ਆ ਤਾਂ ਤੁਸੀਂ ਉਹਦੇ 'ਚ ਲਾਈਨ ਨੂੰ ਯੂਜ਼ ਕਰ ਸਕਦੇ ਹੋ। I am writing this to inform you that कोई information ਤੁਸੀਂ ਦੇਣਾ ਚਾਹ ਰਹੇ ਹੋ, ਡਿਲੀਵਰ ਕਰਨਾ ਚਾਹ ਰਹੇ ਹੋ। ਠੀਕ ਹੈ। ਤਾਂ ਉਸ ਕੇਸ ਦੇ ਵਿੱਚ ਇਹਨੂੰ ਲਿਖ ਸਕਦੇ ਹੋ I am writing this letter to file a complaint, ਕਿਸੇ ਕੰਪਲੇਂਟ ਤੁਹਾਨੂੰ ਕੋਈ ਹੋ ਗਈ ਹੈ, ਕਿਸੇ ਲੈਂਡਲॉर्ड ਨੂੰ ਲਿਖ ਰਹੇ ਹੋ, ਕੋਈ ਤੁਹਾਨੂੰ ਨੇਬਰ ਪਰੇਸ਼ਾਨ ਕਰ ਰਿਹਾ ਉਸ ਕੇਸ ਦੇ ਵਿੱਚ, ਜਾਂ ਇਦਾਂ ਦੀ ਕੋਈ ਵੀ ਤੁਹਾਨੂੰ ਕੋਈ ਫਰਸਟ੍ਰੇਸ਼ਨ ਵਗੈਰਾ, ਤਾਂ ਤੁਸੀਂ ਉਹ ਕੰਪਲੇਂਟ ਦੀ ਫਾਰਮ ਦੇ ਵਿੱਚ ਦੇ ਸਕਦੇ ਹੋ। ਠੀਕ ਹੈ। I am writing this letter to report an incident, ਕੋਈ incident ਤੁਹਾਡੇ ਨਾਲ ਹੋਇਆ ਤਾਂ ਉਸ ਚੀਜ਼ ਦੀ ਰਿਪੋਰਟ ਤੁਸੀਂ ਕਰਨੀ ਹੈ। ਇਹ ਹੁਣ ਰਿਪੋਰਟ ਦੀ ਕੋਈ ਜ਼ਰੂਰੀ ਨਹੀਂ ਲੀਗਲੀ ਰਿਪੋਰਟ ਕਰਨੀ ਹੈ, ਤਾਂ ਇਟ ਜਸਟ ਇੱਕ ਇੰਗਲਿਸ਼ ਦਾ ਵਰਡ ਆ ਰਿਪੋਰਟ। ਠੀਕ ਹੈ। I am writing this letter to seek your attention or bring to your notice, seek your attention like ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਹਾਡੀ attention ਲੈਣੀ ਹੈ ਮੈਂ। ਡੈਫੀਨੇਟਲੀ ਆਪਾਂ ਕਿਸੇ ਨੂੰ ਕੋਈ ਗੱਲ ਕਹਿਣੀ ਹੁੰਦੀ ਹੈ, ਕੋਈ ਇਨਫੋਰਮੇਸ਼ਨ, ਕੋਈ ਇੰਪੋਰਟੈਂਟ ਇਨਫੋਰਮੇਸ਼ਨ ਕਨਵੇ ਕਰਨੀ ਹੈ, ਤਾਂ ਸਾਨੂੰ ਪਹਿਲਾਂ ਉਸ ਪਰਸਨ ਦੀ ਅਟੈਂਸ਼ਨ ਚਾਹੀਦੀ ਹੈ। ਠੀਕ ਹੈ। ਸੋ ਇਹ ਸਭ ਕੇਸ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਫਾਰਮਲ ਤੇ ਸੈਮੀ ਫਾਰਮਲ ਲਾਈਨਸ ਯੂਜ਼ ਕਰ ਸਕਦੇ। ਜਸਟ ਇੱਕ ਸੈਂਪਲ ਹੈ, ਹੋਰ ਵੀ ਬਹੁਤ ਹੋਣਗੀਆਂ, ਬਟ ਇਸ ਟਾਈਮ ਮੇਰੇ ਮਾਈਂਡ ਦੇ ਵਿੱਚ ਜੋ ਮੈਨੂੰ ਲੱਗਾ ਕਿ ਇੰਪੋਰਟੈਂਟ ਹੈ ਉਹ ਮੈਂ ਸਾਰੀਆਂ ਤੁਹਾਡੇ ਸਾਹਮਣੇ ਰੱਖ ਰਹੀ ਹਾਂ। ਠੀਕ ਹੈ ਜੀ। ਇਦਾਂ ਹੀ ਜੋ ਇੰਟਰੋਡਕਟਰੀ ਲਾਈਨਸ ਫਾਰਮਲ ਲੈਟਰ ਦੀਆਂ ਆ ਉਹ ਕੁਝ ਜ਼ਿਆਦਾ ਨਹੀਂ ਹੈ, ਉਹ ਤੁਸੀਂ ਆਪਣੇ ਹਿਸਾਬ ਨਾਲ ਵੀ ਲਿਖ ਸਕਦੇ ਹੋ। How are you ਤੋਂ ਵੀ ਸਟਾਰਟ ਕਰ ਸਕਦੇ ਹੋ, hope you are fine ਵੀ ਲਿਖ ਸਕਦੇ ਹੋ, hope you are doing well with your life ਵੀ ਲਿਖ ਸਕਦੇ ਹੋ ਜਿੱਦਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ। hope you are in pink days of your life means enjoying your life, it has been long since we had discussion, it was a such joyable news to hear about you, ਕੁਝ ਤੁਹਾਨੂੰ ਆਪਣੇ ਫਰੈਂਡ ਜਾਂ ਫੈਮਿਲੀ ਬਾਰੇ ਕੁਝ ਅੱਛੀ ਖਬਰ ਮਿਲੀ ਹੈ ਤਾਂ ਤੁਸੀਂ ਉਹਦੇ 'ਚ ਲਿਖ ਸਕਦੇ ਆ। ਠੀਕ ਹੈ। ਸੈਡ ਨਿਊਜ਼, ਅਗਰ ਤੁਹਾਨੂੰ ਕੋਈ ਸੈਡ ਮਿਲਿਆ ਤਾਂ ਤੁਸੀਂ ਇਹਦੀ ਜਗ੍ਹਾ ਸੈਡ ਵਰਡ ਨੂੰ ਰੀਪਲੇਸ ਕਰ ਸਕਦੇ ਹੋ। ਠੀਕ ਹੈ ਜੀ। ਸੋ ਇਹ ਕੁਝ ਜਸਟ ਸੈਂਪਲ ਸੀਗੇ, ਬਾਕੀ ਇਹਨਾਂ ਨੂੰ ਤੁਸੀਂ ਆਪਣੇ ਅਕੋਰਡਿੰਗ ਵੇਰੀ ਕਰ ਸਕਦੇ ਹੋ। ਅਗਰ ਤੁਹਾਡੀ ਰਾਈਟਿੰਗ
क्राइटेरिया अच्छा है तो तुसी अपने अकॉर्डिंग अपनी राइटिंग ਨੂੰ मोल्ड कर सकते हो। कोई जरूरी नहीं कि आप एक ही लाइन्स कॉपी पेस्ट करनी है। ये जस्ट ਉਹਨਾਂ ਬਿਗਨਰ ਸਟੂਡੈਂਟਸ ਵਾਸਤੇ ਹੈ ਜਿਨ੍ਹਾਂ ਨੇ ਕਿ ਹਲੇ ਆਇਲਸ ਦੀ ਟਾਸਕ 1 ਦੀ ਪ੍ਰੈਪਰੇਸ਼ਨ ਸਟਾਰਟ ਹੀ ਕੀਤੀ ਹੈ ਤੇ ਉਹਨਾਂ ਨੂੰ ਹਲੇ ਪਤਾ ਨਹੀਂ ਆਪਾਂ ਕੀ ਲਿਖਣਾ। ਸੋ ਜਿੱਦਾਂ ਜਿੱਦਾਂ ਪ੍ਰੈਕਟਿਸ ਕਰਦੇ ਰਹਿਣਗੇ ਲਾਈਨਸ ਨੂੰ ਪਿਕ ਕਰਕੇ ਉਹਨਾਂ ਦੇ ਮਾਈਂਡ ਵਿੱਚ ਹੋਰ ਨਵੀਆਂ ਲਾਈਨਸ ਵੀ ਆਉਂਦੀਆਂ ਰਹਿਣਗੀਆਂ ਕਿ ਉਹ ਕਿੱਦਾਂ ਮੋਲਡ ਕਰਕੇ ਨਵੀਆਂ ਲਾਈਨਸ ਵੀ ਬਣਾ ਸਕਦੇ ਆ। ਠੀਕ ਹੈ ਜੀ, ਇਹ ਤਾਂ ਸੀਗਾ ਇੰਟਰੋਡਕਟਰੀ ਲਾਈਨਸ ਦੋਨੋਂ ਤਿੰਨੋਂ ਲੈਟਰਸ ਵਾਸਤੇ। ਹੁਣ ਮੈਂ ਆ ਜਾਣੀ ਹੈ ਕਲੋਜ਼ਿੰਗ ਲਾਈਨ ਦੇ ਉੱਪਰ ਕਿਉਂਕਿ ਬਾਡੀ ਪੈਰਾਗ੍ਰਾਫ 1 2 ਤੇ 3 ਤਾਂ ਆਪਾਂ ਉਹ ਪੇਜ ਦੇ ਉੱਪਰ ਲਿਖਣਾ ਜੋ ਸਾਨੂੰ ਬੁਲੇਟ ਪੁਆਇੰਟਸ ਦਿੱਤੇ ਹੋਣਗੇ। ਠੀਕ ਹੈ ਜੀ, ਤਾਂ ਕਲੋਜ਼ਿੰਗ ਲਾਈਨ ਫਾਰਮਲ ਤੇ ਸੈਮੀ ਫਾਰਮਲ ਅਗੇਨ ਇਹ ਸੇਮ ਹੋਣਗੀਆਂ। ਠੀਕ ਹੈ, ਆਈ ਲੁੱਕ ਫਾਰਵਰਡ ਟੂ ਹੀਅਰਿੰਗ ਫਰਮ ਯੂ ਸੂਨ ਕਿ ਹੁਣ ਤੁਸੀਂ ਕਿਸੇ ਨੂੰ ਕੋਈ ਗੱਲ ਕਹੀ ਹੈ, ਕਿਸੇ ਕੋਲੋਂ ਕੋਈ ਐਕਸਪੈਕਟੇਸ਼ਨਸ ਕੀਤੀਆਂ ਹੈ ਤਾਂ ਡੈਫੀਨਿਟਲੀ ਤਾਂ ਤੁਸੀਂ ਉਹਦਾ ਫੀਡਬੈਕ ਵੀ ਚਾਹੁੰਦੇ ਹੋ, ਉਹਦੀ ਐਕਨੋਲੇਜਮੈਂਟ ਵੀ ਚਾਹੁੰਦੇ ਆ। ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਤੁਸੀਂ ਇਹ ਚੀਜ਼ ਲਿਖ ਸਕਦੇ ਆ। ਆਈ ਹੋਪ ਟੂ ਹੀਅਰ ਫਰਮ ਯੂ in the near future। ਇਹ ਸੇਮ ਹੀ ਹੁੰਦਾ ਹੈ, ਬਸ ਥੋੜੇ ਵਰਡਸ ਡਿਫਰ ਕਰਦੇ ਨੇ। ਆਈ ਅਵੇਟ ਅ ਫੇਵਰੇਬਲ ਰਿਸਪੌਂਸ। ਅਗੇਨ ਮੈਂ ਤੁਹਾਡੇ ਰਿਸਪੌਂਸ ਦਾ ਜਿਹੜਾ ਵੇਟ ਕਰ ਰਹੇ ਹਾਂ ਜਾਂ ਕਰ ਰਹੀ ਹਾਂ। ਠੀਕ ਹੈ, ਆਈ ਹੋਪ ਯੂ ਵਿਲ ਐਡਰੈਸ ਥੀਸ ਕੰਸਰਨਸ as soon as possible। ਹੁਣ ਤੁਸੀਂ ਜਿਹੜੇ ਮੈਂ ਤੁਹਾਨੂੰ ਕੰਸਰਨ ਉੱਪਰ ਦੱਸੇ ਆ ਤੁਸੀਂ ਉਹਨਾਂ ਨੂੰ ਪਲੀਜ਼ ਜਲਦੀ ਤੋਂ ਜਲਦੀ ਰਿਜ਼ੋਲਵ ਕਰੋਗੇ। ਠੀਕ ਹੈ, ਹੋਪ ਯੂ ਵੁੱਡ ਕੰਸੀਡਰ ਮਾਈ ਰਿਕੁਐਸਟ। ਜੋ ਤੁਸੀਂ ਉਹਨਾਂ ਨੂੰ ਕੋਈ ਰਿਕੁਐਸਟ ਕੀਤੀ ਹੈ ਅਗਰ ਲੈਟਰ ਦੇ ਫਾਰਮ ਦੇ ਵਿੱਚ ਤਾਂ ਤੁਸੀਂ ਉਹ ਰਿਕੁਐਸਟ ਨੂੰ ਉਹਨਾਂ ਤੋਂ ਉਮੀਦ ਰੱਖਦੇ ਆ, ਐਕਸਪੈਕਟ ਕਰਦੇ ਆ ਕਿ ਤੁਸੀਂ ਉਹਨਾਂ ਦੀ ਰਿਕੁਐਸਟ ਨੂੰ ਕੰਸੀਡਰ ਕਰੋਗੇ। ਸੋ ਇਦਾਂ ਦੀ ਕਲੋਜ਼ਿੰਗ ਲਾਈਨਸ ਹੁੰਦੀਆਂ ਜਿਹਨੂੰ ਆਪਾਂ ਸਮ ਅਪ ਲਾਈਨਸ ਵੀ ਕਹਿੰਦੇ ਆ। ਠੀਕ ਹੈ, ਸੋ ਇਹ ਹੋ ਗਈਆਂ ਫਾਰਮਲ ਤੇ ਸੈਮੀ ਫਾਰਮਲ ਦੇ ਕੇਸ ਦੇ ਵਿੱਚ। ਇਨਫਾਰਮਲ ਦੇ ਕੇਸ ਦੇ ਵਿੱਚ ਇਹ ਜ਼ਿਆਦਾਤਰ ਇਨਫਾਰਮਲ ਦੇ ਕੇਸ ਦੇ ਵਿੱਚ ਤਾਂ ਲਾਈਨਸ ਨੂੰ ਨਾ ਅਗੇਨ ਵੇਰੀ ਕਰਦੀਆਂ ਨੇ। ਇਹ ਕੋਈ ਫਿਕਸਡ ਲਾਈਨ ਨਹੀਂ ਹੈ, ਇਹ ਹਰ ਲੈਟਰ ਦੇ ਅਕੋਰਡਿੰਗ ਇਹਨੂੰ ਵੇਰੀ ਕਰਨਗੇ। ਹੁਣ ਜਿੱਦਾਂ ਕਿ ਤੁਸੀਂ ਆਪਣੇ ਕਿਸੇ ਫਰੈਂਡ ਨੂੰ ਕਿਸੇ ਰਿਗਾਰਡਿੰਗ ਲੈਟਰ ਲਿਖ ਰਹੇ ਹੋ ਤਾਂ ਤੁਸੀਂ ਉਹਨੂੰ ਲਾਸਟ ਵਿੱਚ ਕਹਿੰਦਾ ਹੋਪ ਟੂ ਸੀ ਯੂ ਸੂਨ ਕਿ ਆਪਾਂ ਜਲਦੀ ਮਿਲਾਂਗੇ। ਅਗਰ ਆਪਾਂ ਮਿਲਣ ਦਾ ਹੀ ਐਕਚੁਅਲੀ ਪਲਾਨ ਬਣਾ ਰਹੇ ਤਾਂ ਫਿਰ ਇਹ ਲਾਈਨ ਇੱਕ ਪਰਫੈਕਟ ਲਾਈਨ ਹੈ। ਅਗਰ ਕਿਸੇ ਫਰੈਂਡ ਨੇ ਤੁਹਾਡੇ ਵਾਸਤੇ ਤੁਹਾਡੇ ਕੋਲੋਂ ਕੋਈ ਸੁਜੈਸ਼ਨ ਮੰਗੀ ਹੈ, ਕੋਈ ਡਿਗਰੀ ਦੀ ਸੁਜੈਸ਼ਨ, ਐਜੂਕੇਸ਼ਨ ਦੀ, ਕਾਲਜ ਦੀ, ਜੌਬ ਦੀ ਸੁਜੈਸ਼ਨ ਮੰਗੀ ਹੈ ਤਾਂ ਤੁਸੀਂ ਇਹ ਲਾਈਨ ਲਿਖ ਸਕਦੇ ਹੋ ਹੋਪ ਮਾਈ ਸੁਜੈਸ਼ਨਸ ਵਿਲ ਬੀ ਹੈਲਪਫੁਲ ਫॉर ਯੂ। ਤੁਸੀਂ ਉਹਨੂੰ ਸੁਜੈਸ਼ਨ ਦਿੱਤੀ ਹੈ ਤੇ ਲਾਸਟ ਵਿੱਚ ਤੁਸੀਂ ਇਹ ਲਿਖਿਆ। ਅਗਰ ਕਿਸੇ ਲਾਈਕ ਫੈਮਿਲੀ ਦੇ ਵਿੱਚ ਕੋਈ ਫੰਕਸ਼ਨ ਲਈ ਉਹਨੇ ਤੁਹਾਨੂੰ ਇਨਵਾਈਟ ਕੀਤਾ ਹੈ ਕਿ ਤੁਸੀਂ ਉਹਦੇ ਵਿੱਚ ਇਹ ਵੀ ਇਹਨੂੰ ਸਮ ਅਪ ਕਰਕੇ ਲਿਖ ਸਕਦੇ ਹੋ ਕਿ ਹੋਪ ਵੀ ਵਿਲ ਮੀਟ ਸੂਨ ਔਨ ਦ ਫੰਕਸ਼ਨ ਜਾਂ ਹੋਪ ਯੂ ਵਿਲ ਨਾਟ। ਅਗਰ ਇਨਵਾਈਟ ਕਰ ਰਹੇ ਹੋ ਤਾਂ ਤੁਸੀਂ ਇਹ ਵੀ ਲਿਖ ਸਕਦੇ ਹੋ ਹੋਪ ਯੂ ਵਿਲ ਨਾਟ ਮਿਸ ਦਿਸ ਫੰਕਸ਼ਨ ਐਂਡ ਵੀ ਵਿਲ ਹੈਵ ਅ ਜॉय and we will have an enjoyable time। ठीक है, सो इतना करके ਤੁਸੀਂ ਕੁਝ ਵੀ ਲਿਖ ਸਕਦੇ ਹੋ। ठीक है जी, ਹੁਣ ਨੈਕਸਟ ਆ ਜਾਓ ਜੀ ਆਪਣੇ ਇਹ ਤਾਂ ਹੋ ਗਿਆ ਆਪਣੀ ਕਲੋਜ਼ਿੰਗ ਲਾਈਨ ਤਿੰਨੋਂ ਲੈਟਰਸ ਵਾਸਤੇ। ਹੁਣ ਜਿੱਦਾਂ ਕਿ ਮੈਂ ਅਗੇਨ ਇੱਕ ਵਾਰੀ ਰਿਪੀਟ ਕਰ ਰਹੀ ਹਾਂ ਸਾਰਾ ਕੁਝ। ਗ੍ਰੀਟਿੰਗ ਫਿਕਸ ਹੈ ਡੀਅਰ ਸਰ ਮੈਡਮ ਫਾਰਮਲ ਦੇ ਕੇਸ ਦੇ ਵਿੱਚ ਜਿੱਦਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਮੈਂ ਕੱਲ ਵੀ ਦੱਸਿਆ ਸੀਗਾ। ਠੀਕ ਹੈ, एंड सेमी फॉर्मल के केस दे विच डियर मिस्टर और मिसेस लगा के ना सरनेम लगाना है ते इनफॉर्मल के केस दे विच डियर फ्रेंड दा नाम लिखना है। ये फिक्स आ तीनों केस दे विच। ठीक है, इंट्रोडक्टरी ਤੁਹਾਨੂੰ ਮੈਂ ਤਿੰਨਾਂ ਦੀਆਂ ਦੇ ਦਿੱਤੀਆਂ ਕਿ ਤੁਸੀਂ ਕਿੱਦਾਂ ਸਟਾਰਟ ਕਰ ਸਕਦੇ ਹੋ। ਰਾਈਟ, ਬੋਡੀ ਪੈਰਾਗ੍ਰਾਫ 1 2 3 ਅਗੇਨ ਉਹ ਬੁਲੇਟ ਪੁਆਇੰਟਸ ਤੇ ਡਿਪੈਂਡ ਕਰਦਾ ਕਿ ਆਪਾਂ ਉਹਦੇ ਵਿੱਚ ਕੀ ਲਿਖਣਾ ਹੈ। ਕਲੋਜ਼ਿੰਗ ਲਾਈਨਸ ਮੈਂ ਤੁਹਾਨੂੰ ਦੇ ਦਿੱਤੀਆਂ ਕਿ ਤੁਸੀਂ ਕਿੱਦਾਂ ਲਿਖ ਸਕਦੇ ਹੋ। ਅਗਰ ਫਿਲਹਾਲ ਤੁਸੀਂ ਫਰੈਸ਼ਰ ਆ ਤੁਹਾਨੂੰ ਨਹੀਂ ਪਤਾ ਕੀ ਲਿਖਣਾ ਤਾਂ ਤੁਸੀਂ ਇਹਨਾਂ ਚੋਂ ਕੁਝ ਵੀ ਕਾਪੀ ਪੇਸਟ ਕਰਕੇ ਲਿਖ ਸਕਦੇ ਹੋ। ਅੱਛੇ ਵੈਂਡਸ ਦੀਆਂ ਲਾਈਨਸ ਨੇ। ਠੀਕ ਹੈ, ਉਸ ਤੋਂ ਬਾਅਦ ਅਗੇਨ ਸਾਈਨ ਆਫ ਫਿਕਸ ਆ ਯੋਰ ਫੇਥਫੁਲੀ ਸਿੰਸੀਅਰਲੀ ਆ ਜਾਏਗਾ ਫਾਰਮਲ। ਸੈਮੀ ਫਾਰਮਲ ਦੇ ਕੇਸ ਦੇ ਵਿੱਚ ਬੈਸਟ ਵਿਸ਼ੇਸ ਬੈਸਟ ਰਿਗਾਰਡਸ ਆ ਜਾਏਗਾ ਫਾਰਮਲ। ਇਨਫਾਰਮਲ ਜਾਂ ਪਰਸਨਲ ਦੇ ਕੇਸ ਦੇ ਵਿੱਚ ਐਂਡ ਫੁੱਲ ਨੇਮ ਆ ਜਾਏਗਾ ਫਾਰਮਲ ਸੈਮੀ ਫਾਰਮਲ ਦੇ ਕੇਸ ਦੇ ਵਿੱਚ। ओनली नेम आ जाएगा इनफॉर्मल ਦੇ ਕੇਸ ਵਿੱਚ। ਸੋ ਇਹ ਰਹੇ ਆਪਣਾ ਲੈਟਰ ਦਾ ਇੱਕ ਸਟਰਕਚਰ। ਠੀਕ ਹੈ, ਹੁਣ ਅੱਜ ਮੈਂ ਤੁਹਾਨੂੰ ਇੱਕ ਸੈਂਪਲ ਦੇਣ ਜਾ ਰਹੀ ਹਾਂ। ਫਿਲਹਾਲ ਜੋ ਮੈਂ ਸੈਂਪਲ ਦੇਣ ਜਾ ਰਹੀ ਹਾਂ ਮੈਂ ਫਾਰਮਲ ਦੇ ਕੇਸ ਦਾ ਦੇਣ ਜਾ ਰਹੀ ਹਾਂ ਕਿਉਂਕਿ ਜ਼ਿਆਦਾਤਰ ਸਟੂਡੈਂਟਸ ਨੂੰ ਫਾਰਮਲ ਲਿਖਣ ਦੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਹੈ। ਸੋ ਉਹਨਾਂ ਵਾਸਤੇ ਮੈਂ ਇੱਕ ਈਜ਼ੀ ਆਪਣੇ ਵੱਲੋਂ ਮੈਂ ਥੋੜਾ ਈਜ਼ੀ ਲੈ ਕੇ ਆਈ ਹਾਂ। ਬਟ ਅਗਰ ਤੁਹਾਨੂੰ ਕੁਝ ਵੀ ਇਹਦੇ ਵਿੱਚ ਡਾਊਟ ਹੋਏ ਤਾਂ ਪਲੀਜ਼ ਮੈਨੂੰ ਕਮੈਂਟ ਕਰ ਦੇਣਾ। ਠੀਕ ਹੈ, ਹੁਣ ਤੁਸੀਂ ਜਿੱਦਾਂ ਕਿ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ ਇਹ ਮੇਰਾ ਲੈਟਰ ਹੈ। ਰਾਈਟ ਅ ਲੈਟਰ ਟੂ ਦ local authorities for requesting additional sports facilities for your age group in your area। ठीक है जी, पहले मैं समझाऊंगी बाद में पहले मैं एक बार ये नोट डिक्टेट कर देनी है। mention about the current sport facilities available, what kind of additional sport facilities should be introduced, how the new sport facilities would be help for the people in your age group। ਇਹ ਮੇਰਾ ਇੱਕ ਪੂਰਾ ਲੈਟਰ ਹੈ। ਹੁਣ ਇਹਨੂੰ ਆਪਾਂ ਸਮਝਦੇ ਹਾਂ। ਜਿਹੜੇ ਮੈਂ ਕੱਲ ਦੀ ਬੁਲੇਟ ਪੁਆਇੰਟ 1 2 3 ਦੀ ਗੱਲ ਕਰ ਰਹੀ ਹਾਂ ਹੁਣ ਇਹ ਐਕਚੁਅਲੀ ਇੱਕ ਲੈਟਰ ਦਾ ਕੁਐਸਚਨ ਹੈ ਜਿਹੜਾ ਕਿ ਤੁਹਾਨੂੰ ਪੇਪਰ ਦੇ ਵਿੱਚ ਦਿੱਤਾ ਜਾਏਗਾ। ਠੀਕ ਹੈ, ਇਸ ਫਾਰਮ ਦੇ ਵਿੱਚ ਕੁਐਸਚਨ ਹੋਏਗਾ। ਰਾਈਟ ਅ ਲੈਟਰ ਟੂ ਲੋਕਲ ਅਥਾਰਟੀਜ਼। ਕਹਿੰਦੇ ਲੋਕਲ ਅਥਾਰਟੀਜ਼ ਨੂੰ ਇੱਕ ਲੈਟਰ ਲਿਖੋ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਇਹ ਰਿਕੁਐਸਟ ਕਰਨਾ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਯੰਗ ਜਿਹੜੀ ਜਨਰੇਸ਼ਨ ਹੈ ਮਤਲਬ ਹੁਣ ਆਪਾਂ ਯੰਗ ਜਾਂ ਅਡਲਟ ਜੋ ਵੀ ਤੁਸੀਂ ਕੰਸੀਡਰ ਕਰਨਾ ਚਾਹੁੰਦੇ ਹੋ ਉਸ ਏਜ ਗਰੁੱਪ ਦੇ ਵਿੱਚ ਆਪਾਂ ਆਉਂਦੇ ਆ ਤੇ ਉਹਦੇ ਵਾਸਤੇ ਇੱਕ ਐਡੀਸ਼ਨਲ ਸਪੋਰਟਸ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਆ। ਇਹ ਚੀਜ਼ ਦੀ ਰਿਕੁਐਸਟ ਆਪਾਂ ਕਰ ਰਹੇ ਹਾਂ ਆਪਣੇ ਲੋਕਲ ਅਥਾਰਟੀਜ਼ ਤੋਂ। ਠੀਕ ਹੈ, ਲੋਕਲ ਕਾਉਂਸਲ ਤੋਂ। ਇਹ ਹੋ ਗਿਆ ਮੇਰਾ ਕੁਐਸਚਨ। ਹੁਣ ਤੁਸੀਂ ਆਪਣੇ ਲੈਟਰ ਦੇ ਵਿੱਚ ਕੀ ਲਿਖੋਗੇ ਕਿ ਉਹਨਾਂ ਕੋਲੋਂ ਕੀ ਰਿਕੁਐਸਟ ਤੁਹਾਨੂੰ ਕਰਨੀ ਹੈ। ਉਹ ਪਹਿਲਾ ਬੁਲੇਟ ਪੁਆਇੰਟ ਆਪਣਾ ਇਹ ਆ ਜਾਂਦਾ ਹੈ
ਤੁਸੀਂ ਪਹਿਲਾ ਪੈਰਾਗ੍ਰਾਫ ਦੇ ਵਿੱਚ ਇਹ ਲਿਖੋਗੇ ਮੈਂਸ਼ਨ ਅਬਾਊਟ ਦ ਕਰੰਟ ਸਪੋਰਟ ਫੈਸਿਲਿਟੀਜ਼। ਪਹਿਲਾਂ ਉਹਨਾਂ ਨੂੰ ਇਹ ਦੱਸੋ ਕਿ ਤੁਹਾਡੇ ਐਕਚੁਅਲੀ ਇਸ ਟਾਈਮ ਕਰੰਟ ਸਪੋਰਟ ਫੈਸਿਲਿਟੀਜ਼ ਕਿਹੜੀਆਂ ਅਵੇਲੇਬਲ ਹੈ ਤੁਹਾਡੇ ਏਰੀਆ ਦੇ ਵਿੱਚ, ਠੀਕ ਹੈ। ਫਿਰ ਸੈਕੰਡ ਪੈਰਾਗ੍ਰਾਫ ਦੇ ਵਿੱਚ ਉਹਨਾਂ ਨੂੰ ਇਹ ਲਿਖੋ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਕੀ ਇੰਟਰੋਡਿਊਸ ਹੋਵੇ, what kind of facilities according to you should be introduced there, ਠੀਕ ਹੈ। ਇਹ ਆਪਣਾ ਸੈਕੰਡ ਪੈਰਾਗ੍ਰਾਫ ਹੋ ਗਿਆ। ਹੁਣ ਥਰਡ ਦੇ ਵਿੱਚ ਤੁਸੀਂ ਉਹਨਾਂ ਨੂੰ ਇਹ ਲਿਖੋ ਕਿ ਜਿਹੜੀਆਂ ਨਵੀਆਂ ਸਪੋਰਟਸ ਫੈਸਿਲਿਟੀਜ਼ ਉਹ ਇੰਸਟਾਲ ਕਰਨਗੇ, ਇੰਟਰੋਡਿਊਸ ਕਰਨਗੇ, ਉਹ ਤੁਹਾਡੇ ਏਜ ਗਰੁੱਪ ਵਾਸਤੇ ਤੇ ਲੋਕਾਂ ਵਾਸਤੇ ਤੁਹਾਡੇ ਏਜ ਗਰੁੱਪ ਦੇ ਉਹ ਕਿੱਦਾਂ ਹੈਲਪਫੁਲ ਹੋਣਗੀਆਂ, ਠੀਕ ਹੈ, ਕਿੱਦਾਂ ਉਹ ਚੀਜ਼ ਉਹਨਾਂ ਨੂੰ ਬੈਨੀਫੀਸ਼ੀਅਲ ਪ੍ਰੂਵ ਹੋਏਗੀ, ਠੀਕ ਹੈ। ਸੋ ਇਹ ਸੀਗਾ ਕੁਐਸਚਨ। ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਸਮਝ ਲੱਗ ਗਿਆ ਹੋਵੇਗਾ, ਠੀਕ ਹੈ। ਹੁਣ ਆ ਜਾਓ ਆਪਣੇ ਸੈਂਪਲ ਦੇ ਉੱਪਰ। ਆਪਾਂ ਕੀ ਕਰਦੇ ਹਾਂ, ਆਪਾਂ ਸੈਂਪਲ ਬਣਾਉਣ ਨਾਲ ਇਹਦਾ ਰੀਡ ਕਰਦੇ ਹਾਂ, ਠੀਕ ਹੈ ਜੀ। ਹੁਣ ਜਿੱਦਾਂ ਕਿ ਮੈਂ ਪਹਿਲੇ ਦੱਸਿਆ ਸੀਗਾ ਕਿ ਫਾਰਮਲ ਲੈਟਰ ਹੈ ਕਿਉਂਕਿ ਆਪਾਂ ਇੱਕ ਲੋਕਲ ਅਥਾਰਟੀਜ਼ ਨੂੰ ਲਿਖ ਰਹੇ ਹਾਂ, ਤਾਂ ਇਸ ਫਾਰਮਲ ਲੈਟਰ ਹੈ ਆਫੀਸ਼ੀਅਲ ਪਰਪਸ ਵਾਸਤੇ। ਦ ਪਰਸਨ ਇਜ਼ ਕੰਪਲੀਟਲੀ ਅਨਨੋਨ ਟੂ ਅਸ, ਠੀਕ ਹੈ ਜੀ। ਹੁਣ ਕਿੱਦਾਂ ਹੋਏਗੀ ਇਹਦੀ ਗ੍ਰੀਟਿੰਗ ਲਾਈਨ? ਡੈਫੀਨਿਟਲੀ ਡੀਅਰ ਸਰ ਮੈਡਮ, ਕਾਮਾ, ਸਰ ਔਰ ਮੈਡਮ ਦੇ ਵਿੱਚ ਸਲੈਸ਼ ਜ਼ਰੂਰ ਪਾਣਾ ਹੈ ਕਿਉਂਕਿ ਵੀ ਆਰ ਅਨਨੋਨ ਕਿ ਪਰਸਨ ਸਰ ਹੈ ਜਾਂ ਮੇਲ ਆ ਕਿ ਫੀਮੇਲ ਆ, ਠੀਕ ਹੈ। ਅਗੇਨ ਇੱਕ ਕਾਮਾ ਜ਼ਰੂਰ ਪਏਗਾ। ਇਹ ਹੋ ਗਈ ਮੇਰੀ ਗ੍ਰੀਟਿੰਗ ਲਾਈਨ ਫਿਕਸ ਆ। ਉਸ ਤੋਂ ਬਾਅਦ ਆਪਾਂ ਇੱਕ ਲਾਈਨ ਛੱਡਾਂਗੇ ਆਪਣੀ ਕਾਪੀ ਦੇ ਵਿੱਚ। ਜਦੋਂ ਵੀ ਤੁਸੀਂ ਲੈਟਰ ਲਿਖੋਗੇ ਤਾਂ ਉਹਦੇ ਵਿੱਚ ਇੱਕ ਲਾਈਨ ਛੱਡਣਾ ਜ਼ਰੂਰ, ਠੀਕ ਹੈ। ਉਹ ਲਾਈਨ ਤੋਂ ਬਾਅਦ ਹੁਣ ਸਪੇਸ ਨਹੀਂ ਛੱਡਣੀ। ਜਦੋਂ ਆਪਾਂ ਸਕੂਲ ਇੱਕ ਲੈਟਰ ਲਿਖਣ ਤੋਂ ਬਾਅਦ ਇੱਕ ਸਪੇਸ ਛੱਡ ਦਿੰਦੇ ਹੁੰਦੇ ਸੀ ਨਾ ਕਿ ਛੋਟੀ ਜਿਹੀ, ਤਾਂ ਆਪਾਂ ਸਪੇਸ ਨਹੀਂ ਛੱਡਣੀ। ਫਰੋਮ ਦ ਸਟਾਰਟਿੰਗ ਆਫ ਦ ਲਾਈਨ ਤੋਂ ਹੀ ਆਪਾਂ ਇਹਨੂੰ ਕੀ ਕਰਾਂਗੇ, ਐਚ ਤੇ ਲਿਖਣਾ ਸ਼ੁਰੂ ਕਰਾਂਗੇ, ਠੀਕ ਹੈ। ਸੋ ਆਪਾਂ ਹੁਣ ਇਹਦੇ ਵਿੱਚ ਕੀ ਲਿਖਾਂਗੇ? ਮੈਂ ਰਿਕੁਐਸਟ ਕਰਦੀ ਪਈ ਹਾਂ। ਹੁਣ ਤੁਸੀਂ ਇਹਦੇ ਵਿੱਚ ਰਿਕੁਐਸਟ ਵੀ ਕਰ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਤੁਸੀਂ ਇਹਦੇ ਵਿੱਚ ਅਟੈਂਸ਼ਨ ਵੀ ਸੀਕ ਕਰ ਸਕਦੇ ਹੋ, ਇਹ ਵੀ ਤੁਹਾਡੀ ਮਰਜ਼ੀ ਹੈ। ਵਿਦ ਰਿਗਾਰਡਸ ਵੀ ਲਿਖ ਸਕਦੇ ਹੋ, ਇਹ ਵੀ ਤੁਹਾਡੀ ਮਰਜ਼ੀ ਹੈ। ਸੋ ਉੱਪਰ ਦਿੱਤੀਆਂ ਹੋਈਆਂ ਲਾਈਨਸ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਲਾਈਨ ਸੁਟੇਬਲ ਇਹਦੇ ਤੇ ਚੱਕ ਸਕਦੇ ਹੋ। ਮੈਂ ਫਿਲਹਾਲ ਜੋ ਇਹਦੇ ਵਿੱਚ ਲਿਖਣ ਜਾ ਰਹੀ ਹਾਂ, ਮੈਂ ਇਹ ਲਿਖ ਰਹੀ ਹਾਂ, I am writing this letter to draw your immediate attention towards the inadequate sports facilities for the youngsters in my area। ਇਹ ਹੋ ਗਿਆ ਮੇਰਾ ਇੱਕ ਲੈਟਰ ਦਾ ਓਵਰਵਿਊ, ਜਿਹਦੇ ਵਿੱਚੋਂ ਹਾਫ ਲਾਈਨ ਤਾਂ ਆਪਾਂ ਵੈਸੇ ਹੀ ਉੱਥੋਂ ਚੱਕੀ ਹੈ। ਉਹ ਕੀ ਸੀ? I am writing this letter to draw your immediate attention towards। ਹੁਣ ਕਿਸ ਗੱਲ ਤੇ ਇਮੀਡੀਏਟ ਅਟੈਂਸ਼ਨ ਹੈ? ਉੱਪਰ ਵਾਲਾ ਜੋ ਟੌਪਿਕ ਹੋਏਗਾ ਉਹਨੂੰ ਆਪਾਂ ਰੀਫਰੇਸ ਕਰਕੇ ਇੱਥੇ ਲਿਖ ਦੇਵਾਂਗੇ। ਜਿੱਦਾਂ ਆਪਾਂ ਆਪਣੇ ਐਸੇ ਦੇ ਵਿੱਚ ਰੀਫਰੇਸ ਕਰੀਦਾ, ਉਦਾਂ ਹੀ ਆਪਾਂ ਇਹਦੇ ਵਿੱਚ ਵੀ ਰੀਫਰੇਸ ਕਰ ਦਾਂਗੇ। ਇਨਐਡਿਕੁਏਟ ਸਪੋਰਟਸ ਫੈਸਿਲਿਟੀਜ਼ ਕੀ ਐਡਿਕੁਏਟ ਨਹੀਂ ਹੈ, ਪ੍ਰੋਪਰ ਨਹੀਂ ਹੈ, ਠੀਕ ਹੈ। ਉਹ ਸਪੋਰਟਸ ਫੈਸਿਲਿਟੀਜ਼ ਵੱਲ ਤੁਹਾਡਾ ਮੈਂ ਧਿਆਨ ਇਸ ਟਾਈਮ ਖਿੱਚ ਰਹੀ ਹਾਂ, ਸਪੈਸ਼ਲੀ ਯੰਗਸਟਰਸ ਵਾਸਤੇ ਜਿਹੜੇ ਮੇਰੇ ਏਰੀਆ ਦੇ ਵਿੱਚ ਹੈਗੇ ਨੇ, ਠੀਕ ਹੈ। ਹੁਣ ਤੁਸੀਂ ਇਹਦੇ ਵਿੱਚ ਇਹਨੂੰ ਇੱਕ ਹੋਰ ਤਰੀਕੇ ਨਾਲ ਵੀ ਲਿਖ ਸਕਦੇ ਸੀਗੇ। I am writing this letter to request you to add some more sports facilities for young people in my area। ਇਦਾਂ ਕਰਕੇ ਵੀ ਤੁਸੀਂ ਇਹਨੂੰ ਕੁਝ ਲਿਖ ਸਕਦੇ ਸੀ। ਸੋ ਲਿਖਣ ਦੇ ਕਈ ਤਰੀਕੇ ਆ, ਤੁਸੀਂ ਆਪਣੀ ਰਾਈਟਿੰਗ ਨੂੰ ਆਪਣੇ ਹਿਸਾਬ ਨਾਲ ਮੋਲਡ ਕਰ ਸਕਦੇ ਹੋ। ਮੈਂ ਜਸਟ ਤੁਹਾਨੂੰ ਇੱਕ ਸੈਂਪਲ ਹੀ ਪ੍ਰੋਵਾਈਡ ਇੱਥੇ ਕਰੂੰਗੀ, ਠੀਕ ਹੈ। ਅਗੇਨ ਹੁਣ ਮੇਰਾ ਇੱਥੇ ਦੋ ਪਾਰਟਸ ਕਵਰ ਅਪ ਹੋ ਗਏ। ਇੱਕ ਤਾਂ ਗ੍ਰੀਟਿੰਗ ਲਾਈਨ ਕਵਰ ਅਪ ਹੋ ਗਈ, ਇੱਕ ਇੰਟਰੋਡਕਟਰੀ ਪੈਰਾਗ੍ਰਾਫ ਜਿਹੜਾ ਸਭ ਤੋਂ ਕਹਿ ਸਕਦੇ ਕਿ ਆਪਣੇ ਵੱਲੋਂ ਤੁਸੀਂ ਲਿਖਣਾ ਤਾਂ ਔਖਾ ਵੀ ਲੱਗ ਸਕਦਾ, ਲੇਕਿਨ ਮੈਂ ਇਹਨੂੰ ਕਹੂੰਗੀ ਸਭ ਤੋਂ ਸੌਖਾ ਪਾਰਟ ਲਿਖਣਾ, ਕਿਉਂਕਿ ਇਹਦੀਆਂ ਲਾਈਨਸ ਆਲਰੇਡੀ ਸਾਡੇ ਕੋਲ ਹੈਗੀਆਂ। ਉੱਪਰ ਆਪਾਂ ਜਸਟ ਰੀਫਰੇਸ ਕਰਨਾ ਹੈ ਅੱਗੇ ਪਿੱਛੇ ਵਰਡਸ ਨੂੰ ਘੁਮਾ ਕੇ, ਠੀਕ ਹੈ। ਹੁਣ ਆ ਜਾਓ ਮੇਨ ਜਿਹੜਾ ਟਾਸਕ ਆਪਣਾ ਇੱਥੋਂ ਸਟਾਰਟ ਹੁੰਦਾ ਹੈ, ਮੇਨ ਕੰਟੈਂਟ ਆਪਣਾ ਇੱਥੋਂ ਸਟਾਰਟ ਹੁੰਦਾ ਹੈ। ਆ ਜਾਓ ਆਪਾਂ ਪਹਿਲਾ ਕੁਐਸਚਨ ਦੇ ਉੱਪਰ ਦੁਬਾਰਾ ਚੱਲੀਏ। ਆਪਣਾ ਪਹਿਲਾ ਬੁਲੇਟ ਪੁਆਇੰਟ 1 ਕੀ ਸੀਗਾ? ਮੈਂਸ਼ਨ ਅਬਾਊਟ ਦ ਕਰੰਟ ਸਪੋਰਟ ਫੈਸਿਲਿਟੀਜ਼ ਅਵੇਲੇਬਲ, ਠੀਕ ਹੈ। ਕਿਹੜੀਆਂ ਜਿਹੜੀਆਂ ਕਰੰਟ ਅਵੇਲੇਬਲ ਹੈ। ਇੱਕ ਗੱਲ ਦਾ ਧਿਆਨ ਰੱਖਣਾ, ਫਾਰਮਲ ਤੇ ਸੈਮੀ ਫਾਰਮਲ ਦੇ ਕੇਸ ਦੇ ਵਿੱਚ ਬੋਡੀ ਪੈਰਾਗ੍ਰਾਫ 1 ਅਸੀਂ ਹਮੇਸ਼ਾ ਆਪਣੇ ਨਾਮ ਤੋਂ ਸਟਾਰਟ ਕਰੀਏ ਤਾਂ ਜ਼ਿਆਦਾ ਬੈਟਰ ਰਹੇਗਾ, ਠੀਕ ਹੈ। ਆਪਣਾ ਨਾਮ ਤੇ ਆਪਣਾ ਵਰਕਿੰਗ ਜਾਂ ਅਗਰ ਕਿਸੇ ਏਰੀਆ ਦੇ ਰਿਲੇਟਡ ਲਿਖ ਰਹੇ ਹੋ ਤਾਂ ਏਰੀਆ ਪਹਿਲਾਂ ਮੈਂਸ਼ਨ ਕਰਨਾ, ਠੀਕ ਹੈ। ਹੁਣ ਜਿੱਦਾਂ ਕਿ ਤੁਸੀਂ ਇਸ ਸੈਂਪਲ ਦੇ ਵਿੱਚ ਦੇਖ ਸਕਦੇ ਆ, ਮਾਈ ਨੇਮ ਇਜ਼ ਰਸ਼ਮੀ ਅਰੋੜਾ, ਅ ਰੈਜ਼ੀਡੈਂਟ ਆਫ ਰਾਇਲ ਸਿਟੀ ਲੁਧਿਆਣਾ। ਹੁਣ ਕਿਉਂਕਿ ਮੈਂ ਕਿਸੇ ਲੋਕਲ ਅਥਾਰਟੀਜ਼ ਨੂੰ ਲਿਖ ਰਹੀ ਹਾਂ ਤਾਂ ਡੈਫੀਨਿਟਲੀ ਮੈਂ ਕਿਹੜੇ ਏਰੀਆ ਤੋਂ ਬਿਲੋਂਗ ਕਰਦੀ ਹਾਂ ਤਾਂ ਮੈਂ ਨਾਲ ਲਿਖੂੰਗੀ। ਅਗਰ ਮੈਂ ਕਿਸੇ ਪ੍ਰਿੰਸੀਪਲ ਨੂੰ ਲਿਖ ਰਹੀ ਹਾਂ ਕਾਲਜ ਦੇ ਤਾਂ ਮੈਂ ਆਪਣਾ ਡਿਪਾਰਟਮੈਂਟ ਮੈਂਸ਼ਨ ਕਰੂੰਗੀ ਕਿ ਮੈਂ ਇਹ ਡਿਪਾਰਟਮੈਂਟ ਦੀ ਸਟੂਡੈਂਟ ਆ ਫਾਈਨਲ ਈਅਰ ਦੀ। ਅਗਰ ਮੈਂ ਮੈਨੇਜਰ ਨੂੰ ਲਿਖ ਰਹੀ ਹਾਂ ਤਾਂ ਅਗੇਨ ਮੈਂ ਆਪਣਾ ਡਿਪਾਰਟਮੈਂਟ ਮੈਂਸ਼ਨ ਕਰੂੰਗੀ ਕਿ ਮੈਂ ਕਿਸ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੀ ਹਾਂ। ਆਈ ਐਮ ਰਸ਼ਮੀ ਅਰੋੜਾ ਵਰਕਿੰਗ ਐਜ਼ ਦਿਸ ਇਨ ਯੋਰ ਆਫਿਸ। ਇਦਾਂ ਕਰਕੇ ਤੁਸੀਂ ਇਹਨੂੰ ਵੇਰੀ ਕਰ ਸਕਦੇ ਹੋ ਲਾਈਨ ਨੂੰ, ਲੇਕਿਨ ਬੈਟਰ ਇਹੀ ਰਹੇਗਾ ਅਗਰ ਤੁਸੀਂ ਇਹਨੂੰ ਆਪਣੇ ਨਾਮ ਨਾਲ ਸਟਾਰਟ ਕਰੋ ਤਾਂ ਇਹਦੇ ਨਾਲ ਕੀ ਹੁੰਦਾ, ਇੱਕ ਤਾਂ ਤੁਹਾਡਾ ਕੰਟੈਂਟ ਥੋੜਾ ਅੱਛਾ ਹੋ ਜਾਂਦਾ, ਇੱਕ ਤੁਹਾਨੂੰ ਸੋਚਣਾ ਨਹੀਂ ਪੈਂਦਾ ਕਿ ਕਿਹੜੇ ਵਰਡ ਤੋਂ ਸਟਾਰਟ ਕਰੀਏ। ਤਾਂ ਪਤਾ ਹੈ ਕਿ ਫਾਰਮਲ ਸੈਮੀ ਫਾਰਮਲ ਦੇ ਕੇਸ ਦੇ ਵਿੱਚ ਆਪਾਂ ਆਪਣੇ ਨਾਮ ਤੋਂ ਸਟਾਰਟ ਕਰਨਾ ਹੈ। ਸੈਮੀ ਫਾਰਮਲ ਦੇ ਕੇਸ ਦੇ ਵਿੱਚ ਅਗਰ ਤੁਸੀਂ ਕਿਸੇ ਨੇਬਰ ਨੂੰ ਲਿਖ ਰਹੇ ਆ ਜਾਂ ਲੈਂਡਲॉर्ड ਨੂੰ ਲਿਖ ਰਹੇ ਆ ਤਾਂ ਲੈਂਡਲॉर्ड ਨੂੰ ਦੱਸ ਦਿਓ ਕਿ ਮੈਂ ਇੱਕ ਟੈਨੈਂਟਸ ਵਨ ਆਫ ਦ ਟੈਨੈਂਟਸ ਆਫ ਯੋਰ ਫਲੈਟ ਜਿਹੜਾ ਕਿ ਇਸ ਜਗ੍ਹਾ ਤੇ ਆ, ਇਦਾਂ ਕਰਕੇ ਸਟਾਰਟ ਕਰ ਦੋ। ਨੇਬਰ ਨੂੰ ਲਿਖਣਾ ਹੈ ਤਾਂ ਇਹ ਦੱਸ ਦੋ ਕਿ ਆਈ ਐਮ ਰਸ਼ਮੀ ਅਰੋੜਾ, ਠੀਕ ਹੈ, ਰੈਜ਼ੀਡੈਂਟ ਆਫ ਹਾਊਸ ਨੰਬਰ ਦਿਸ ਜਸਟ ਆਪੋਜ਼ਿਟ ਟੂ ਯੋਰ ਹਾਊਸ ਔਰ ਜਸਟ ਐਡਜੈਸੈਂਟ ਟੂ ਯੋਰ ਹਾਊਸ, ਇਦਾਂ ਕਰਕੇ ਤੁਸੀਂ ਲਿਖ ਸਕਦੇ ਆ, ਠੀਕ ਹੈ। ਸੋ ਇਹਨੂੰ ਅਗਰ ਇਦਾਂ ਸਟਾਰਟ ਕਰੋਗੇ ਤਾਂ ਜ਼ਿਆਦਾ ਬੈਟਰ ਰਹੇਗਾ ਮੇਰੇ ਹਿਸਾਬ ਨਾਲ। ਸੋ ਲੈਟ ਅਸ ਸਟਾਰਟ ਵਿਦ ਆਰ ਬੋਡੀ ਪੈਰਾਗ੍ਰਾਫ 1। ਮਾਈ ਨੇਮ ਇਜ਼ ਰਸ਼ਮੀ ਅਰੋੜਾ, ਅ ਰੈਜ਼ੀਡੈਂਟ ਆਫ ਅ ਰਾਇਲ ਸਿਟੀ ਲੁਧਿਆਣਾ। I am working as a senior sales manager in cell manufacturing in Ludhiana city only, ठीक है जी। ये मेरी हो गई पहला
ਜਿਹੜੀ ਸਾਨੂੰ ਬਹੁਤ ਸੋਚਣਾ ਪੈਂਦਾ ਕੀ ਲਿਖੇ ਸੋ ਇਹ ਸਟਾਰਟਿੰਗ ਲਾਈਨ ਦੀ ਤੁਹਾਡੀ ਜਿਹੜੀ ਵੀ ਤੁਹਾਡੇ ਦਿਮਾਗ ਦੇ ਵਿੱਚ ਕੁਝ ਕਨਫਿਊਜ਼ਨ ਸੀ ਉਹ ਅੱਜ ਮੇਰੇ ਹਿਸਾਬ ਨਾਲ ਕਲੀਅਰ ਹੋ ਗਈ ਹੋਣੀ ਹੈ। ਹੁਣ ਮੈਂਸ਼ਨ ਕਰੋ ਕਿਹੜੀਆਂ ਕਰੰਟ ਸਪੋਰਟਸ ਫੈਸਿਲਿਟੀਜ਼ ਆ ਐਟ ਪ੍ਰੈਜ਼ੈਂਟ। करंट आता मैं प्रेजेंट एट प्रेजेंट वर्ड इथे यूज कर रहे प्रेजेंटली, ठीक है, जो भी उसे यूज करना करंटली भी यूज करना चाहोगे तो गलत नहीं होएगा सारा, ठीक है। देयर इज अ स्मॉल रेलवे ग्राउंड इन माय एरिया which is used by the local children and young people to play some sports। कहने एक छोटा जिहा रेलवे ग्राउंड है, मैं कुछ इदा कंटेंट इदा पाया आ साडे एरिया दे विच, ठीक है, जेड़ा कि फिलहाल जेड़ा कि लोकल चिल्ड्रन ओनू अपने प्लेइंग स्पॉट समझदे आ, ठीक है, यूज करदे आ। But there is no facility for people of my age group, especially for the working class। ਹੁਣ ਬੱਚਿਆਂ ਵਾਸਤੇ ਹੈ, ਯੰਗਸਟਰਸ ਵਾਸਤੇ ਹੈ, ਲੇਕਿਨ ਜੋ ਸਾਡੇ ਵਰਗੇ ਵਰਕਿੰਗ ਕਲਾਸ ਲੋਕ ਹੈ ਉਹਨਾਂ ਵਾਸਤੇ ਤੇ ਕੁਝ ਵੀ ਨਹੀਂ ਹੈ, ਠੀਕ ਹੈ, ਜਿੱਥੇ ਕਿ ਉਹ ਜਾ ਸਕਣ ਆਪਣੇ ਵਰਕਿੰਗ ਆਵਰਸ ਤੋਂ ਬਾਅਦ ਤੇ ਕੰਮ ਖੇਡ ਸਕਣ, ਆਪਣੇ ਆਪ ਨੂੰ ਰਿਲੈਕਸ ਕਰ ਸਕਣ। ਸੋ ਇਹ ਚੀਜ਼ਾਂ ਆਪਾਂ ਇੱਥੇ ਥੋੜੀਆਂ ਜਿਹਾ ਐਡ ਆਨ ਕਰ ਦਵਾਂਗੇ ਨਾਲ, ਰਾਈਟ। ਐਟ ਪ੍ਰੈਜ਼ੈਂਟ देयर इज अ स्मॉल रेलवे ग्राउंड in my area which is used by local children and young people to play sports, but there is no facility for people of my age group, especially for working class, where they can go after long working hours and have some relaxation by playing some sports, ठीक है। सो ये मैं कुछ अपने कंटेंट दे नाल तुसी देखिया होगा ऊपर भी एक लाइन ऐड ऑन कीती है ते नीचे भी एक लाइन ऐड ऑन कीती है, क्योंकि आप बिल्कुल मुद्दे दी गल कर सकदे। जब आप बिल्कुल ही मुद्दे दी गल करांगे, पॉइंट टू पॉइंट गल करांगे, साडी वर्ड लिमिट कितने ना कितने घट जाएगी। सो वी नीड टू ऐड सम एक्स्ट्रा लाइंस और लाइन आई मस्ट से, ठीक है। ये हो गया मेरा पहला बॉडी पैराग्राफ। सी आप इथे 50% अपना टारगेट अचीव कर चुके। वैसे मैं 50 नहीं कहूंगी, थे 70 कहूंगी, क्योंकि नीचे वाला कंटेंट भी ऑलमोस्ट साडे कोल है, क्लोजिंग लाइन ते साइन ऑफ वाला भी रह गया सिर्फ साडा बॉडी पैराग्राफ 2 ते 3 दी गल, ठीक है। हुन आज हम अपने पिछले पेज ते ਅਸੀਂ अपना हुन सेकंड बुलेट पॉइंट रीड करते हैं कि अपना सेकंड बुलेट पॉइंट की है, व्हाट काइंड ऑफ एडिशनल स्पोर्ट फैसिलिटीज should be introduced। ਹੁਣ ਤੁਹਾਡੇ ਅਕੋਰਡਿੰਗ ਕਿਹੜੀਆਂ ਸਪੋਰਟਸ ਫੈਸਿਲਿਟੀਜ਼ ਹੈ ਜਿਹੜੀਆਂ ਇੰਟਰੋਡਿਊਸ ਹੋਣੀਆਂ ਚਾਹੀਦੀਆਂ, ਜਿਹੜੀਆਂ ਹੈ ਨਹੀਂ ਹੈ ਤੁਹਾਨੂੰ ਚਾਹੀਦੀਆਂ ਤੇ ਇੰਟਰੋਡਿਊਸ ਹੋਣੀਆਂ ਚਾਹੀਦੀਆਂ। ਹੁਣ ਇਹਨੂੰ ਤੁਸੀਂ ਆਪਣੇ ਡਾਇਰੈਕਟ ਟੌਪਿਕ ਤੋਂ ਸਟਾਰਟ ਕਰ ਲਓ, ਕਿਉਂਕਿ ਹੁਣ ਇੱਥੇ ਆਪਾਂ ਕੋਈ ਕੈਰੈਕਟਰ ਨਹੀਂ ਯੂਜ਼ ਕਰਾਂਗੇ, ਕੋਈ ਕੁਝ ਨਾਮ ਨਹੀਂ ਯੂਜ਼ ਕਰਾਂਗੇ, ਡਾਇਰੈਕਟ ਆਪਾਂ ਆਪਣੇ ਮੁੱਦੇ ਤੋਂ ਹੀ ਗੱਲ ਸ਼ੁਰੂ ਕਰਾਂਗੇ। there is a small section near the ground which is vacant and is only used for old corporation automobile scrap। ਹੁਣ ਤੁਸੀਂ ਕੁਝ ਵੀ ਯੂਜ਼ ਕਰ ਸਕਦੇ ਹੋ ਇੱਥੇ ਕਿ ਤੁਸੀਂ ਮੈਂ 올ਡ ਆਟੋਮੋਬਾਈਲ ਸਕ੍ਰੈਪ ਵਾਸਤੇ ਇੱਕ ਸਮਾਲ ਸੈਕਸ਼ਨ ਹੈ ਜਿਹੜਾ ਵੇਸਟ ਪਿਆ ਹੋਇਆ, ਤੁਸੀਂ ਕਹਿ ਸਕਦੇ ਹੋ ਡੰਪਿੰਗ ਵਾਸਤੇ ਕੋਈ ਗਾਰਬੇਜ ਡੰਪਿੰਗ ਵਾਸਤੇ ਇੱਕ ਪਲਾਟ ਫ੍ਰੀ ਪਿਆ ਹੋਇਆ ਹੈ ਗਰਾਊਂਡ ਦੇ ਨਾਲ। ਸੋ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਚੇਂਜ ਕਰ ਸਕਦੇ ਹੋ, ਠੀਕ ਹੈ। I think this place is best option if utilized as extra sports complex by introducing some gym equipments too। ਕਹਿੰਦੇ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਬੈਸਟ ਹੋਏਗੀ, ਇਹ ਵਾਲਾ ਏਰੀਆ ਬੈਸਟ ਹੋਏਗਾ ਅਗਰ ਇਹਨੂੰ ਸਪੋਰਟਸ ਕੰਪਲੈਕਸ ਦੇ ਫਾਰਮ ਦੇ ਵਿੱਚ ਆਪਾਂ ਯੂਜ਼ ਕਰ ਲਈਏ, ਜਿੱਥੇ ਕਿ ਜਿਮਿੰਗ ਇਕਵਿਪਮੈਂਟਸ ਵੀ ਇੰਸਟਾਲ ਹੋ ਜਾਣਗੇ ਤਾਂ ਜ਼ਿਆਦਾ ਬੈਸਟ ਰਹੇਗਾ, ਠੀਕ ਹੈ। ਸੋ ਇਹ ਮੈਂ ਦੱਸ ਦਿੱਤਾ ਕਿ ਕਿੱਦਾਂ ਦੇ ਸਪੋਰਟਸ ਇਕਵਿਪਮੈਂਟਸ ਤੇ ਕਿੱਦਾਂ ਦਾ ਚੀਜ਼ ਜਿਹੜੀ ਹੈ ਸਾਨੂੰ ਨਵੀਂ ਚਾਹੀਦੀ ਹੈ ਆਪਣੇ ਉਹਦੇ ਵਿੱਚ ਨਵੇਂ ਏਰੀਆ ਦੇ ਵਿੱਚ, ਠੀਕ ਹੈ। Come back to the previous page with the bullet point 3, how the sport facilities would be helpful for the people in your age group। ਹੁਣ ਇਹ sport facilities ਕਿੱਦਾਂ helpful ਰਹੇਗੀ ਤੁਹਾਡੇ ਵਾਸਤੇ, ਠੀਕ ਹੈ। ਇਹਨੂੰ ਵੀ ਆਪਾਂ ਡਾਇਰੈਕਟ ਮੁੱਦੇ ਤੋਂ ਹੀ ਸਟਾਰਟ ਕਰਾਂਗੇ। this new amenity, ਮੈਂ facility ਨੂੰ amenity ਦੇ ਵਿੱਚ ਚੇਂਜ ਕੀਤਾ, ਤੁਸੀਂ ਕੁਝ ਵੀ synonym ਦਾ accordingly use ਕਰ ਸਕਦੇ ਹੋ। this new amenity will surely prove advantageous for adult people because they can spend their leisure time by playing badminton, table tennis and also by doing some exercise with the gymming equipment। ਤੁਸੀਂ ਐਡ ਕਰਨਾ ਚਾਹੁੰਦੇ ਹੋ ਤਾਂ ਆਪਣੇ ਵੱਲੋਂ ਜਿੱਦਾਂ ਦੇ ਮਰਜ਼ੀ ਵਰਡਸ ਐਡ ਕਰੋ, ਠੀਕ ਹੈ। in this running era physical activity is imperative for all of us। ਕਹਿੰਦੇ ਹੁਣ ਇਦਾਂ ਦੇ ਰਨਿੰਗ ਐਰਾ ਦੇ ਵਿੱਚ ਆਈ ਥਿੰਕ ਜਿਹੜੀ ਫਿਜ਼ੀਕਲ ਐਕਟੀਵਿਟੀ ਆ, ਫਿਜ਼ੀਕਲ ਵਰਕ ਆ, ਉਹ ਸਾਰਿਆਂ ਵਾਸਤੇ ਇੰਪੈਰੇਟਿਵ ਮੀਨਸ ਇੰਪੋਰਟੈਂਟ ਆ, ਠੀਕ ਹੈ। ਸੋ ਤਾਂ ਕਰਕੇ ਇੱਥੇ ਮੈਂ ਇੰਪੋਰਟੈਂਸ ਦੱਸ ਦਿੱਤੀ ਕਿ ਕਿੱਦਾਂ ਸਾਡੇ ਵਾਸਤੇ ਇੰਪੋਰਟੈਂਟ ਰਹੇਗਾ, ਬੈਨੀਫੀਸ਼ੀਅਲ ਰਹੇਗਾ। ਸੋ ਇੱਥੇ ਮੈਂ ਉਹ ਇੰਪੋਰਟੈਂਸ ਦੱਸ ਦਿੱਤੀ ਉਹ ਚੀਜ਼ ਦੀ ਕਿ ਮੈਂ ਇਹ ਸਪੋਰਟਸ ਅਗਰ ਤੁਹਾਨੂੰ ਕਹਿ ਰਹੀ ਹਾਂ ਐਡੀਸ਼ਨਲ ਫੈਸਿਲਿਟੀਜ਼ ਇੰਟਰੋਡਿਊਸ ਕਰਨ ਵਾਸਤੇ ਤੇ ਉਹ ਸਾਡੇ ਏਜ ਗਰੁੱਪ ਵਾਸਤੇ ਕਿੱਦਾਂ ਫੈਸਿਲਿਟੀਜ਼ प्रोवाइड करेगा, सानू कितना एडवांटेजेस रहेगा, राइट। हुन लास्ट बट नॉट लीस्ट अपनी क्लोजिंग लाइन ਉਹਨਾਂ ਦੇ ਉੱਪਰ ਲਾਈਨ ਦੇ ਵਿੱਚੋਂ ਕੋਈ ਵੀ ਲਾਈਨ ਚੱਕ ਕੇ ਜਿਹੜੀ ਤੁਹਾਨੂੰ ਲੱਗਦੀ ਹੈ ਠੀਕ ਹੈ ਤਾਂ ਤੁਸੀਂ ਲਿਖ ਸਕਦੇ ਹੋ। ਮੈਂ ਫਿਲਹਾਲ ਇਹ ਲਿਖਿਆ I await a favorable response। ਤੁਸੀਂ ਲਿਖ ਸਕਦੇ ਹੋ hope you would consider my request, hope you will resolve this problem। ਤੁਸੀਂ ਕੁਝ ਵੀ ਲਿਖ ਸਕਦੇ ਹੋ, hope you will resolve this issue, ਇਦਾਂ ਵੀ ਕਰ ਸਕਦੇ ਆ। ਸੋ ਇਹ ਲਾਈਨ ਨੂੰ ਤੁਸੀਂ ਆਪਣੇ ਅਕੋਰਡਿੰਗ ਮੋਲਡ ਕਰ ਸਕਦੇ ਆ। ਲੇਕਿਨ ਫਿਲਹਾਲ ਅਗਰ ਤੁਸੀਂ ਪੈਨ ਪੈਨਸਲ ਸਟਾਰਟ ਹੀ ਕੀਤਾ ਹੈ ਸ਼ੁਰੂ ਯੂਜ਼ ਕਰਨਾ ਆਇਲਸ ਦੇ ਟਾਸਕ ਵਨ ਵਾਸਤੇ ਤਾਂ ਮੈਂ ਤਾਂ ਇਹ ਕਹੂੰਗੀ ਫਿਲਹਾਲ ਇਹਨਾਂ ਤੋਂ ਸਟਾਰਟ ਕਰ ਲਓ ਤੇ ਜਿੱਦਾਂ ਜਿੱਦਾਂ ਰਾਈਟਿੰਗ ਇੰਪਰੂਵ ਹੋਈ ਜਾਏਗੀ ਆਪਣੀ ਰਾਈਟਿੰਗ ਨੂੰ ਮੋਲਡ ਕਰਦੇ ਰਹਿਣਾ ਅੱਛੇ ਬੈਂਡਸ ਦੇ ਵਿੱਚ, ਠੀਕ ਹੈ। ਫਾਈਨਲੀ ਆਪਣਾ ਸਾਈਨ ਆਫ yours faithfully and full name ਰਸ਼ਮੀ ਅਰੋੜਾ।
ਇਹ ਸੀਗਾ ਮੇਰਾ ਟਾਸਕ 1 ਲੈਟਰ ਦਾ ਇੱਕ ਸੈਂਪਲ। ठीक है जी, ਹੁਣ ਮੈਂ ਨੈਕਸਟ ਕਲਾਸ ਦੇ ਵਿੱਚ ਤਾਂ ਮੈਂ ਇਹੀ ਕੋਸ਼ਿਸ਼ ਕਰੂੰਗੀ ਕਿ ਮੈਂ ਟਾਸਕ 1 ਜੋ ਅਕੈਡਮਿਕਸ ਦਾ ਲੈ ਕੇ ਆਵਾਂ, ਬਿਕਾਜ਼ ਇਹਦੇ ਸੈਂਪਲਸ ਤਾਂ ਮੈਂ ਹੌਲੀ ਹੌਲੀ ਅਗਲੀ ਕਲਾਸਿਸ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਦੀ ਰਹੂੰਗੀ, ਜਿੱਦਾਂ ਸੈਮੀ ਫਾਰਮਲ ਦਾ ਹੋ ਗਿਆ, ਫਾਰਮਲ ਦਾ ਹੋ ਗਿਆ, ਇਹ ਸਾਈਡ ਬਾਈ ਸਾਈਡ ਹੁਣ ਚੱਲਦਾ ਰਹੇਗਾ। ਠੀਕ ਹੈ ਜੀ, ਜੋ ਓਵਰਵਿਊ ਮੇਰਾ ਦੇਣ ਦਾ ਤੁਹਾਨੂੰ ਟਾਰਗੇਟ ਸੀਗਾ ਕਿ ਬੱਚਿਆਂ ਨੂੰ ਐਕਚੁਅਲੀ ਪਤਾ ਲੱਗੇ ਕਿ ਜੀਟੀ ਦੀ ਲੈਟਰ ਲਿਖੀ ਦੀ ਕਿੱਦਾਂ ਆ, ਕੀ ਪਾਲਿਸੀਜ਼ ਉਹਨੂੰ ਲਿਖਣ ਦੇ ਰੂਲਸ ਐਂਡ ਰੈਗੂਲੇਸ਼ਨਸ ਆਈ ਮਸਟ ਸੇ, ਕਿਉਂਕਿ ਹਰ ਰਾਈਟਿੰਗ ਨੂੰ ਲਿਖਣ ਦੇ ਗ੍ਰਾਮਰ ਪਾਰਟ ਨੂੰ, ਹਰ ਚੀਜ਼ ਨੂੰ ਲਿਖਣ ਦੇ ਇੱਕ ਪਾਲਿਸੀਜ਼ ਹੁੰਦੀਆਂ, ਇੱਕ ਰੂਲਸ ਰੈਗੂਲੇਸ਼ਨਸ ਹੁੰਦੇ ਜਿਹੜਾ ਆਪਾਂ ਨੂੰ ਯੂਜ਼ ਕਰਨੇ ਪੈਂਦੇ ਆ। ਠੀਕ ਹੈ, ਸੋ ਇਦਾਂ ਹੀ ਇਹ ਲੈਟਰ ਨੂੰ ਲਿਖਣ ਲੱਗਿਆ ਵੀ ਸਾਨੂੰ ਕੁਝ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਕਰਨੀਆਂ ਪੈਂਦੀਆਂ ਆ, ਜਿੱਦਾਂ ਕਿ ਹਰ ਪੈਰਾਗ੍ਰਾਫ ਨੂੰ, ਹਰ ਚੀਜ਼ ਲਿਖਣ ਤੋਂ ਬਾਅਦ ਇੱਕ ਲਾਈਨ ਛੱਡਣੀ ਹੈ, ਇਹ ਇੱਕ ਰੂਲ ਹੈ ਰਾਈਟਿੰਗ ਦੀ ਲੈਟਰ ਦਾ। ਠੀਕ ਹੈ, ਸੌਰੀ ਲੈਟਰ ਦੀ ਰਾਈਟਿੰਗ ਦਾ। ठीक है जी, सो मैं उम्मीद करती हूँ ਤੁਹਾਨੂੰ ਮੇਰੀ ਲੈਟਰ ਇਹ ਸਮਝ ਆਈ ਹੋਏਗੀ, ਸਪੈਸ਼ਲੀ ਜੀਟੀ ਸਟੂਡੈਂਟਸ ਨੂੰ ਜਿਨ੍ਹਾਂ ਦਾ ਟਾਰਗੇਟ 8777 ਹੈ ਤੇ ਉਹਨਾਂ ਨੇ ਰਾਈਟਿੰਗ ਦੇ ਵਿੱਚ 7 ਬੈਂਡਸ ਜੋ ਹੈ ਸਕੋਰ ਕਰਨੇ ਆ। ਤੇ ਮੈਂ ਇਹ ਅਕੋਰਡਿੰਗ ਮੇਰਾ ਜੋ ਮਾਈਂਡਸੈਟ ਹੈ ਉਹ ਇਹੀ ਕਹਿੰਦਾ ਹੈ ਕਿ ਤੁਸੀਂ ਲੈਟਰ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਕੋਰ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਇਹ ਬਹੁਤ ਈਜ਼ੀ ਹੈ ਸਕੋਰ ਕਰਨਾ। ਇਹਦੇ ਵਿੱਚ ਜ਼ਿਆਦਾਤਰ ਪਾਰਟਸ ਆਲਰੇਡੀ ਤੁਹਾਡੇ ਹੱਥ ਦੇ ਵਿੱਚ ਹੈਗੇ ਆ, ਤੁਹਾਨੂੰ ਪਤਾ ਹੈ ਕਿ ਇਹ ਚੀਜ਼ਾਂ ਆਪਣੀਆਂ ਫਿਕਸ ਆਪਾਂ ਲਿਖਣੀਆਂ ਆ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਆਪਾਂ ਆਪਣੇ ਬੁਲੇਟ ਪੁਆਇੰਟਸ ਉੱਪਰ ਵਰਕ ਕਿੱਦਾਂ ਕਰਨਾ ਹੈ, ਮੇਨਲੀ ਤੁਸੀਂ ਆਪਣੇ ਜਿਹੜੇ ਬੁਲੇਟ ਪੁਆਇੰਟਸ ਨੂੰ ਸਟਰੋਂਗ ਕਰਨਾ ਸ਼ੁਰੂ ਕਰੋ। ਠੀਕ ਹੈ, ਆਈਡੀਆਸ ਤਾਂ ਚਲੋ ਜਿੱਥੇ ਕੰਮ ਕਰਦੇ ਹੋ ਕਰਦੇ ਹੀ ਹੈ, ਤੁਹਾਡੀ ਰਾਈਟਿੰਗਸ ਜਿਹੜਾ ਸਟਰਕਚਰਸ ਵੀ ਬਹੁਤ ਮੈਟਰ ਕਰਦੇ ਨੇ। ਠੀਕ ਹੈ ਜੀ, ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਲੈਟਰ ਸਮਝ ਲੱਗ ਗਈ ਹੋਏਗੀ। ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਅਗਰ ਤੁਹਾਨੂੰ ਕੋਈ ਵੀ ਡਾਊਟ ਹੋਵੇ, ਮੈਨੂੰ ਅੱਛਾ ਲੱਗੇਗਾ ਕਿ ਅਗਰ ਮੈਂ ਤੁਹਾਡੇ ਡਾਊਟਸ ਕਲੀਅਰ ਕਰੂੰਗੀ। ਠੀਕ ਹੈ ਜੀ, ਸੋ ਥੈਂਕ ਯੂ so much. We'll come soon with our next video which will be based on the writing task 1 of academics. Thank you, bye bye.